ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੀਲਿੰਗ ਵਿਦ ਗੁਰਬਾਣੀ ਦੇ ਅਸੀਂ ਆਪਣੇ ਪਿਛਲੇ ਐਪੀਸੋਡ ਵਿੱਚ ਓਵਰ ਈਟਿੰਗ ਦੇ ਉੱਤੇ ਵਿਚਾਰਾਂ ਦੀ ਸਾਂਝ ਪਾਈ ਸੀ ਕਿ ਕਿਵੇਂ ਅਸੀਂ 8-8 10-10 ਘੰਟੇ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਆਪਣੇ ਹੀ ਬਣਾਏ ਹੋਏ ਜਿਹੜੇ ਸੋ ਕਾਲਡ ਸਾਡੇ ਆਈਡੀਅਲਸ ਨੇ, ਰੋਲ ਮਾਡਲਸ ਨੇ, ਉਹਨਾਂ ਦੇ ਪਿੱਛੇ ਲੱਗ ਕੇ ਅਸੀਂ ਕਿਵੇਂ ਹੋਰ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਾਂ ਅਸੀਂ ਹੋਰ ਵੀ ਡਾਣੀ ਜਿਹੜੀ ਚਾਕਰੀ ਕਰ ਰਹੇ ਹਾਂ। ਇਹ ਜਿਹੜਾ ਅਸੀਂ ਸਾਰਾ ਦਿਨ ਲਾਹੌਰ ਕਰ ਰਹੇ ਹਾਂ ਨਾ, ਇਸ ਨਾਲ ਕੀ ਹੋ ਰਿਹਾ ਹੈ, ਇਹ ਜਿਹੜੀ ਸਾਡਾ ਸੋਚ ਹੈ, ਇਹ ਜਿਹੜਾ ਅਸੀਂ ਇਸ ਨੂੰ ਅਸੀਂ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ ਵਾਲਾ ਬਣਾ ਲਿੱਤਾ। ਹੁਣ ਮਾਰਕੀਟ ਤੋਂ ਜਦੋਂ ਅਸੀਂ ਇੱਕ ਜ਼ਹਿਰ ਦੀ ਬੋਟਲ ਲੈ ਕੇ ਆਉਂਦੇ ਹਾਂ ਤੇ ਜਦ ਤੱਕ ਉਹ ਜ਼ਹਿਰ ਉਸ ਬੋਟਲ ਦੇ ਅੰਦਰ ਪਿਆ ਹੈ ਉਹ ਕਿਸੇ ਨੂੰ ਨੁਕਸਾਨ ਨਹੀਂ ਕਰਦਾ, ਪਰ ਜਿਹੜਾ ਜ਼ਹਿਰ ਸਾਡੇ ਵਿਚਾਰਾਂ ਦੇ ਵਿੱਚ ਆ ਜਾਏ ਉਹ ਅੰਦਰ ਵੀ ਕਹਿਰ ਵਰਤਾਂਦਾ ਹੈ, ਬਾਹਰ ਵੀ ਕਹਿਰ ਹੀ ਵਰਤਾਂਦਾ ਹੈ। ਸੋ ਪਾਤਸ਼ਾਹ ਜਿਹੜੇ ਨੇ ਨਾ ਉਹ ਸਾਨੂੰ ਕਹਿੰਦੇ ਜਦੋਂ ਸਾਡੇ ਇਹੋ ਜਿਹੇ ਸਿੰਪਟਮਸ ਹੋ ਜਾਂਦੇ ਨੇ ਉਹ ਜਿਹਦੇ ਵਿੱਚ ਅਸਾਸੀ ਅੰਮ੍ਰਿਤ ਨੂੰ ਛੋੜ ਦਿੰਦੇ ਹਾਂ, ਅਸੀਂ ਛੋੜਦੇ ਹੀ ਨਹੀਂ। ਉਸ ਸਟੇਜ ਦੇ ਵਿੱਚ ਅੰਮ੍ਰਿਤ ਸਾਨੂੰ ਕੋੜਾ ਲੱਗਦਾ, ਸਾਨੂੰ ਹਰ ਚੰਗੀ ਗੱਲ ਜਿਹੜੀ ਹੈ ਨਾ ਉਹ ਕੋੜੀ ਲੱਗਦੀ ਹੈ। ਪਾਤਸ਼ਾਹ ਉਸ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ ਦੇ ਨਾ ਕੁਝ ਸਿੰਪਟਮਸ ਹੋਰ ਦੱਸਦੇ ਨੇ। ਪਾਤਸ਼ਾਹ ਕਹਿੰਦੇ ਅੰਮ੍ਰਿਤ ਕੋੜਾ ਬਿਖਿਆ ਮਿੱਠੀ ਸਾਕਤ ਕੀ ਬਿਦ ਨੈਣੋ ਡਿੱਠੀ। ਇਹ ਵਾਲੀ ਅਵਸਥਾ ਬਣ ਜਾਂਦੀ ਹੈ ਕਿ ਚੰਗੀ ਗੱਲ, ਕੋਈ ਗੁਣਾ ਵਾਲੀ ਗੱਲ ਉਹ ਜੀਵਨ ਦੇ ਵਿੱਚ ਨੇੜੇ ਹੀ ਨਹੀਂ ਆਉਂਦੀ। ਔਰ ਇਸੇ ਸ਼ਬਦ ਵਿੱਚ ਪਾਤਸ਼ਾਹ ਕੁਝ ਹੋਰ ਸਿੰਪਟਮਸ ਵੀ ਦੱਸਦੇ ਨੇ। ਪਾਤਸ਼ਾਹ ਕਹਿੰਦੇ ਕੌਡੀ ਬਦਲੇ ਤਿਆਗੇ ਰਤਨ, ਕਿ ਇਹ ਜਿਹੜੀ ਬੰਦਿਆਂ ਦੇ ਪਿੱਛੇ ਅੰਧ ਭਗਤੀ ਵਾਲੀ ਜਿਹੜੀ ਅਸੀਂ ਵਿਚਾਰਧਾਰਾ ਲੈਂਦੇ ਨਾ, ਕੋਡੀਆਂ ਵਾਲੀ, ਤਿਆਗੇ ਰਤਨ, ਆਪਣੇ ਸਾਰੇ ਗੁਣ ਆਪਣੇ ਜੀਵਨ ਦੇ ਵਿੱਚੋਂ ਸਹਿਜ ਸੰਤੋਖ ਦਇਆ ਮਿਠਾਸ ਇਹ ਜਿਹੇ ਰਤਨ ਜਿਹੜੇ ਨੇ ਨਾ ਉਹ ਅਸੀਂ ਗਵਾ ਦਿੰਦੇ ਹਾਂ। ਕੋਡੀ ਬਦਲੇ ਤਿਆਗੇ ਰਤਨ ਛੋੜ ਜਾਏ ਤਾਹੂ ਕਾ ਜਤਨ। ਹੁਣ ਜਿਸ ਚੀਜ਼ ਨੇ ਮੇਰੇ ਔਖੇ ਵੇਲੇ ਕੰਮ ਆਣਾ ਸੀ ਨਾ, ਜਿਸ ਵਕਤ ਮੈਨੂੰ ਵਿਕਾਰਾਂ ਨੇ, ਕਾਮ ਕ੍ਰੋਧ ਨੇ ਮੈਨੂੰ ਸਤਾਣਾ ਸੀ, ਉਸ ਵਕਤ ਜਿਸ ਵਿਚਾਰ ਨੇ ਮੈਨੂੰ ਉਹਦੇ ਵਿੱਚੋਂ ਕੱਢਣਾ ਸੀ ਨਾ, ਛੋੜ ਜਾਏ ਤਾਹੂ ਕਾ ਜਤਨ, ਅਸੀਂ ਉਸੇ ਹੀ ਬਿੱਖ ਨੂੰ ਅਸੀਂ ਇਕੱਠਾ ਕਰ ਰਹੇ ਹਾਂ। ਬਿੱਖ ਖਾਣਾ, ਬਿੱਖ ਪਹਿਨਣਾ, ਬਿੱਖ ਕੇ ਮੁੱਖ ਗਰਾਸ, ਇਹੀ ਕੰਮ ਜਿਹੜਾ ਹੈ ਨਾ, ਇਹੀ ਸੋਚ ਦੇ ਵਿੱਚ ਸਾਡਾ ਚੱਲ ਰਿਹਾ। ਔਰ ਕਹਿੰਦੇ ਨੇ ਸੋ ਸੰਚੇ ਜੋ ਹੋਛੀ ਬਾਤ, ਅਸੀਂ ਉਹੀ ਚੀਜ਼ ਇਕੱਠੀ ਕਰ ਰਹੇ ਹਾਂ ਜਿਹੜੀ ਹੋਛੀ ਹੈ, ਜਿਹਦਾ ਕੋਈ ਲੌਜਿਕ ਹੀ ਨਹੀਂ ਹੈ। ਜਿਵੇਂ ਅਸੀਂ ਕਹਿੰਦੇ ਹਾਂ ਕਿ ਅੱਜ ਮੈਨੂੰ ਧਰਮ ਦੀ ਰੱਖਿਆ ਕਰਨੀ ਹੈ। ਅਰੇ ਧਰਮ ਨੇ ਸਾਡੇ ਅੰਦਰ ਦੀ ਇਨਸਾਨੀਅਤ ਬਚਾਣੀ ਹੈ, ਅਸੀਂ ਧਰਮ ਦੀ ਰੱਖਿਆ ਨਹੀਂ ਕਰ ਸਕਦੇ ਹਾਂ। ਸਾਨੂੰ ਧਰਮ ਸਾਡੇ ਅੰਦਰ ਇਨਸਾਨੀਅਤ ਪੈਦਾ ਕਰੇਗਾ। ਸੋ ਸੰਚੇ ਜੋ ਹੋਛੀ ਬਾਤ ਮਾਇਆ ਮੋਹਿਆ ਟੇੜੋ ਜਾਤ, ਅਸੀਂ ਇਸ ਆਪਣੀ ਹੋਮੇ ਹੰਕਾਰ ਵਾਲੀ ਜਿਹੜੀ ਸਾਡੀ ਜੀਵਨ ਜਾਚ ਹੈ ਨਾ, ਅਸੀਂ ਟੇੜੇ ਰਸਤੇ ਅਪਣਾ ਲਿੱਤੇ, ਸਿੱਧਾ ਰਸਤਾ ਤੇ ਅਸੀਂ ਲਿੱਤਾ ਹੀ ਨਹੀਂ ਹੈ। ਅਸੀਂ ਈਰਖਾ, ਜਲਨ, ਅਨਹੈਲਦੀ ਕੰਪੀਟੀਸ਼ਨ, ਖੁਆਰੀਆਂ ਵਾਲੇ ਰਸਤੇ ਜਿਹੜੇ ਨੇ ਨਾ ਅਸੀਂ ਉਹ ਅਪਣਾ ਲਿੱਤੇ ਨੇ। ਤੇ ਰਹਾਉ ਵਿੱਚ ਪਾਤਸ਼ਾਹ ਇਸ ਮਨ ਨੂੰ ਪਤਾ ਕੀ ਕਹਿੰਦੇ ਅਭਾਗੇ ਤੈ ਲਾਜ ਨਹੀਂ। ਵੀ ਤੈਨੂੰ ਥੋੜਾ ਜਿੰਨਾ ਵੀ ਤੈਨੂੰ ਅਵੇਅਰਨੈਸ ਹੈ, ਸੁਖ ਸਾਗਰ ਪੂਰਨ ਪਰਮੇਸ਼ਰ ਹਰ ਨਾ ਚੇਤਸ ਮਨ ਮਾਹੀ, ਤੂੰ ਉਸ ਨੂੰ ਕਿਉਂ ਨਹੀਂ ਆਪਣੇ ਮਨ ਦੇ ਅੰਦਰ ਸਹਿਜ ਸੰਤੋਖ ਵਾਲੇ ਵਿਚਾਰ ਕਿਉਂ ਨਹੀਂ ਲੈ ਕੇ ਆਂਦਾ? ਹਰ ਨਾ ਚੇਤਸ ਮਨ ਮਾਹੀ, ਮਨ ਏਕ ਨਾ ਚੇਤਸ ਮੂੜ ਮਨਾ। ਰਿਜ਼ਲਟ ਪਤਾ ਕੀ ਹੈ? ਹਰ ਬਿਸਰਤ ਤੇਰੇ ਗੁਣ ਗੱਲਿਆ।
ਔਰ ਇਹੀ ਹੈ ਕਿ ਅੰਦਰੋਂ ਸਾਡੇ ਅੰਦਰੋਂ ਹਰ ਪਲ ਸਤ ਸੰਤੋਖ ਸਹਿਜਤਾ ਸਹਿਨਸ਼ੀਲਤਾ ਇਹ ਸਾਡੇ ਅੰਦਰੋਂ ਗਵਾਚ ਰਹੀ ਹੈ। ਹਰ ਬਿਸਰਤ ਸਦਾ ਖੁਆਰੀ ਔਰ ਸਾਡੀ ਹਮੇਸ਼ਾ ਹੀ ਸਾਡੀਆਂ ਖੁਆਰੀਆਂ ਹੋ ਰਹੀਆਂ ਨੇ ਕਿਉਂਕਿ ਇਹ ਖੁਆਰੀਆਂ ਕਰ ਕੌਣ ਰਿਹਾ? ਮੈਂ ਖੁਦ ਕਰ ਰਹੀ ਹਾਂ ਜਿਸ ਨੂੰ ਆਪ ਖੁਆਏ ਕਰਤਾ। ਮੈਂ ਮਾਇਆ ਮੋਇਆ ਟੇੜਾ ਜਾਤ ਰਿਹਾ ਨਾ ਜਿਸ ਨੂੰ ਆਪ ਖੁਆਏ ਕਰਤਾ ਖੁਸ ਲੈ ਚੰਗਿਆਈਆਂ। ਪਾਤਸ਼ਾਹ ਨਹੀਂ ਮੇਰੇ ਅੰਦਰੋਂ ਚੰਗਿਆਈਆਂ ਕੱਢ ਰਹੇ ਕਿਉਂਕਿ ਸਤਿਗੁਰ ਮੇਰਾ ਸਦਾ ਦਿਆਲਾ ਮੋਹੇ ਦੀਨ ਕੋ ਰਾਖ ਲਿਆ। ਉਹ ਤੇ ਮੈਨੂੰ ਹਮੇਸ਼ਾ ਗੁਣ ਦੇ ਕੇ ਰੱਖਦੇ ਨੇ ਪਰ ਮੈਂ ਹੀ ਆਪਣੇ ਆਪ ਨੂੰ ਕਿਉਂਕਿ ਮੈਂ ਮਨ ਏਕ ਨਾ ਚੇਤਸ ਮੂੜ ਮਨਾ ਮੈਂ ਮੂੜ ਹਾਂ ਨਾ, ਮੈਂ ਮੂਰਖ ਹਾਂ, ਮੈਂ ਬੰਦਿਆਂ ਦੇ ਪਿੱਛੇ ਚਲਦੀ ਹਾਂ, ਮੈਂ ਬਿਖ ਦਾ ਭੋਜਨ ਕਰਦੀ ਹਾਂ। ਸੋ ਜਦੋਂ ਅਸੀਂ ਆਪਣੇ ਆਪ ਨੂੰ ਖੁਆਰ ਕਰਦੇ ਆ ਨਾ ਅਸੀਂ ਆਪਣੇ ਗੁਣਾਂ ਨੂੰ ਆਪਣੇ ਅੰਦਰੋਂ ਗਾਲ ਦਿੰਦੇ ਹਾਂ। ਹੁਣ ਅੱਜ ਡਾਕਟਰਸ ਨੇ ਨਾ 100 ਤੋਂ ਉੱਤੇ ਬਿਮਾਰੀਆਂ ਜਿਹੜੀਆਂ ਨੇ ਨਾ ਜਿਨ੍ਹਾਂ ਨੂੰ ਆਟੋ ਇਮਿਊਨ ਡਿਜ਼ੀਜ਼ ਦੇ ਅੰਦਰ ਰੱਖਿਆ ਹੋਇਆ ਹੈ। ਇਸ ਆਟੋ ਇਮਿਊਨ ਡਿਜ਼ੀਜ਼ ਦੇ ਵਿੱਚ ਕੀ ਹੁੰਦਾ ਹੈ ਕਿ ਬਾਡੀ ਆਪਣੇ ਹੀ ਹੈਲਦੀ ਆਪਣੇ ਹੀ ਇਮਿਊਨਿਟੀ ਸੈਲਸ ਨੂੰ ਜਿਹੜਾ ਹੈ ਨਾ ਉਹ ਖਾਣ ਲੱਗ ਜਾਂਦੀ ਹੈ। ਲੂਪਸ, ਆਈਬੀਡੀ, ਟਾਈਪ 1 ਡਾਇਬੀਟੀਜ਼, ਹਾਸ਼ੀਮੋਟੋ थायराइड, बहुत सोराइसिस, एलोपेशिया, बहुत सारे स्किन, हेयर्स, ब्रेन, बोन्स, ਇਹ ਦੀਆਂ 100 ਤੋਂ ਉੱਤੇ ਬਿਮਾਰੀਆਂ ਨੇ ਜਿਨ੍ਹਾਂ ਨੂੰ ਆਟੋ ਇਮਿਊਨ ਡਿਜ਼ੀਜ਼ ਦੇ ਅੰਦਰ ਰੱਖਿਆ ਗਿਆ ਹੈ। ਹੁਣ ਇਹ ਆਟੋ ਇਮਿਊਨ ਡਿਜ਼ੀਜ਼ ਦੇ ਅੰਦਰ ਬਾਡੀ ਕਨਫਿਊਜ਼ਨ ਦੇ ਅੰਦਰ ਆਪਣੇ ਹੀ ਹੈਲਦੀ ਸੈਲਸ ਨੂੰ ਆਪ ਹੀ ਮਾਰਨ ਲੱਗ ਜਾਂਦੀ ਹੈ। ਡਾਕਟਰਸ ਕਹਿੰਦੇ ਨੇ ਇਸ ਦਾ ਜਿਹੜਾ ਕਾਰਨ ਹੈ ਉਹ ਜੋ ਅਸੀਂ ਅੱਜ ਜਿਹੜਾ ਅਸੀਂ ਪ੍ਰੋਸੈਸਡ ਫੂਡ ਖਾ ਰਹੇ ਹਾਂ ਜਾਂ ਲੀਕੀ ਗਟ ਜਾਂ ਜੋ ਅਸੀਂ ਪੇਨ ਕਿਲਰਸ ਔਰ ਐਸਪਰੀਨ ਵਰਗੀਆਂ ਜਿਹੜੀਆਂ ਦਵਾਈਆਂ ਨੇ ਨਾ ਉਹ ਇਸ ਦਾ ਕਾਰਨ ਹੈ। ਪਰ ਸਭ ਤੋਂ ਵੱਡਾ ਇਸ ਦਾ ਕਾਰਨ ਜਿਹੜਾ ਹੈ ਉਹ ਹੈ ਪ੍ਰੋਲੋਂਗਡ ਸਟ੍ਰੈਸ ਐਂਡ ਡਿਪਰੈਸ਼ਨ ਜਿਹੜਾ ਨਾ ਉਹ ਇਸ ਦਾ ਕਾਰਨ ਹੈ। ਸੋ ਇਸ ਆਟੋ ਇਮਿਊਨ ਡਿਜ਼ੀਜ਼ ਜਿਹੜੀ ਹੈ ਇਸ ਨੂੰ ਵੀ ਸਾਈਕੋਸੋਮੈਟਿਕ ਬਿਮਾਰੀਆਂ ਦੇ ਅੰਦਰ ਜਿਹੜਾ ਹੈ ਨਾ ਉਹ ਰੱਖਿਆ ਗਿਆ ਹੈ ਕਿਉਂਕਿ ਅਸੀਂ ਭੋਜਨ ਗਿਆਨ ਮਹਾਰਸ ਮਿੱਠਾ ਉਹ ਮਿੱਠਾ ਸਾਨੂੰ ਨਹੀਂ ਪਸੰਦ ਆਇਆ। ਅਸੀਂ ਉਸ ਅੰਮ੍ਰਿਤ ਨੂੰ ਕੋੜਾ ਸਮਝਿਆ ਤੇ ਬਿਖ ਮੈਨੂੰ ਮਿੱਠਾ ਕਰ ਕਰਕੇ ਜਦੋਂ ਅਸੀਂ ਖਾਇਆ ਨਾ ਤੇ ਉਹਦਾ ਰਿਜ਼ਲਟ ਅੱਜ ਅਸੀਂ ਆਟੋ ਇਮਿਊਨ ਡਿਜ਼ੀਜ਼ ਦੇ ਨਾਲ ਅਸੀਂ ਅੱਜ ਆਪਣੇ ਸਰੀਰ ਦੀ ਇਮਿਊਨਿਟੀ ਨੂੰ ਗਵਾ ਰਹੇ ਹਾਂ। ਆਪਣੇ ਅੰਦਰੋਂ ਸੁੱਖ ਚੈਨ ਜਿਹੜਾ ਹੈ ਆਪਣਾ ਸਕੂਨ ਜਿਹੜਾ ਹੈ ਉਸ ਨੂੰ ਖੁਦ ਹੀ ਖਤਮ ਕਰ ਰਹੇ। ਹੁਣ ਪਾਤਸ਼ਾਹ ਪਤਾ ਕੀ ਕਹਿੰਦੇ ਕਿਉਂਕਿ ਅਸੀਂ ਭੋਜਨ ਗਿਆਨ ਵਾਲਾ ਤੇ ਕੀਤਾ ਨਹੀਂ ਹਨਾ, ਪਰ ਪਾਤਸ਼ਾਹ ਕਹਿੰਦੇ ਭੋਜਨ ਦਾ ਜਦੋਂ ਮੈਂ ਗਿਆਨ ਦਾ ਭੋਜਨ ਗਿਆਨ ਮਹਾਰਸ ਜਦੋਂ ਮਿੱਠਾ ਵਾਲਾ ਕਰਦਾ ਹਾਂ ਨਾ ਤਾਂ ਫਿਰ ਮੈਂ ਕੀ ਕਰਦਾ ਹਾਂ ਆਖਾਂ ਜੀਵਾਂ। ਮੈਂ ਆਪਣੇ ਹਰ ਇੱਕ ਕਰਮ ਇੰਦਰੇ ਗਿਆਨ ਇੰਦਰੇ ਨੂੰ ਨਾ ਉਹ ਗਿਆਨ ਦਾ ਭੋਜਨ ਆਖਦਾ ਹਾਂ। ਇਹ ਰਸਨਾ ਤੂੰ ਅਨਰਸ ਰਾਜ ਰਹੀ, ਇਹ ਨੇਤਰੋ ਮੇਰਿਓ ਹਰ ਤੁਮੇ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਇਹ ਸ਼ਰਣਵੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ। ਫਿਰ ਉਦੋਂ ਅੱਗੋਂ ਮੈਂ ਜਦੋਂ ਇਹ ਨਹੀਂ ਆਖਦਾ ਹਾਂ ਨਾ ਵਿਸਰੇ ਮਰ ਜਾਉ, ਆਖਾਂ ਜੀਵਾਂ ਵਿਸਰੇ ਮਰ ਜਾਉ, ਆਖਣ ਔਖਾ ਸਾਚਾ ਨਾ। ਇਹ ਉਹਨਾਂ ਦੇ ਬੰਦਿਆਂ ਦੇ ਪਿੱਛੇ ਜਿਹੜਾ ਲੱਗਣਾ ਜਿਹੜਾ ਉਹਨਾਂ ਤੋਂ ਛੁੱਟਣਾ ਉਸ ਵਿਚਾਰਧਾਰਾ ਨੂੰ ਛੋੜਨਾ ਹੈ ਨਾ ਇਹ ਔਖਾ ਹੈ। ਪਰ ਜਦੋਂ ਮੈਨੂੰ ਸਮਝ ਆ ਜਾਏ ਕਿ ਇਹੀ ਮੈਨੂੰ ਖੁਆਰ ਕਰ ਰਹੇ ਨੇ, ਮੇਰੇ ਅੰਦਰੋਂ ਹਰ ਪਲ ਮੇਰੀ ਇਮਿਊਨਿਟੀ ਨੂੰ ਛਿਨ ਰਹੇ ਨੇ ਨਾ, ਫਿਰ ਉਦੋਂ ਜਿਹੜਾ ਹੈ ਨਾ ਆਖਣ ਔਖਾ ਸਾਚਾ ਨਾ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਏ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਂ। ਇਸ ਕਰਕੇ
ਰਹਾਉ ਦੀ ਪੰਕਤੀ ਦੇ ਵਿੱਚ ਸਾਨੂੰ ਯਾਦ ਕਰਾਉਂਦੇ, ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ। ਇਹ ਸੱਚ ਜਿਹੜਾ ਹੈ ਨਾ, ਇਹ ਭੋਜਨ ਗਿਆਨ ਵਾਲਾ ਜਿਹੜਾ ਹੈ ਨਾ, ਇਸ ਨੂੰ ਨਹੀਂ ਛੋੜਨਾ। ਹੁਣ ਉੱਥੇ ਪਾਸ਼ਾ ਪਤਾ ਕੀ ਕਹਿੰਦੇ ਸਾਨੂੰ, ਕਹਿੰਦੇ ਲੰਗਰ ਚੱਲੇ ਗੁਰ ਸ਼ਬਦ ਹਰ। ਇਹ ਵਾਲਾ ਲੰਗਰ ਤੈਨੂੰ ਅੰਦਰ ਚਲਾਣਾ। ਲੰਗਰ ਚੱਲੇ ਗੁਰ ਸ਼ਬਦ ਹਰ, ਟੋਟ ਨਾ ਆਵੀ। ਫਿਰ ਉਸ ਵਕਤ ਤੇਰੇ ਅੰਦਰ ਸਹਿਜਤਾ ਦਾ, ਮਿਠਾਸ ਦਾ, ਸੰਤੋਖ ਦਾ ਟੋਟਾ ਨਹੀਂ ਆਏਗਾ। ਖੱਟੀਏ ਤੈਨੂੰ ਹੋਰ ਗੁਣ ਜਿਹੜੇ ਨੇ ਨਾ, ਉਹ ਤੂੰ ਖੱਟੇਗਾ, ਤੇਰੇ ਜੀਵਨ ਦੇ ਵਿੱਚ ਹੋਰ ਖੁਸ਼ੀ, ਹੋਰ ਪ੍ਰਸੰਨਤਾ, ਹੋਰ ਵਿਕਾਸ ਜਿਹੜਾ ਹੈ ਨਾ, ਉਹ ਆਏਗਾ। ਹੁਣ ਕਿਉਂਕਿ ਸਾਨੂੰ ਇਹ ਅੰਦਰ ਦਾ ਲੰਗਰ ਨਹੀਂ ਨਾ ਚਲਾਣਾ ਆ ਰਿਹਾ, ਇਸ ਕਰਕੇ ਜਿਹੜੇ ਅਸੀਂ ਬਾਹਰ ਜਿਹੜੇ ਲੰਗਰ, ਜਿਹੜੀ ਛਬੀਲਾਂ, ਜਿਹੜੇ ਨਗਰ ਕੀਰਤਨ ਲਗਾ ਰਹੇ ਆ ਕਰੋੜਾਂ ਅਰਬਾਂ ਰੁਪਏ, ਉਹਦਾ ਆਊਟਪੁੱਟ ਜਿਹੜਾ ਹੈ ਨਾ, ਉਹ ਜ਼ੀਰੋ ਹੈ। ਜਿਹੜੇ ਲੋਕ ਉਸ ਨਾਲ ਲੰਗਰ ਔਰ ਨਗਰ ਕੀਰਤਨ ਵਿੱਚ ਜਾ ਰਹੇ ਹੁੰਦੇ, ਉਹਨਾਂ ਨੂੰ ਤਾਂ ਇਹੀ ਨਹੀਂ ਪਤਾ ਹੁੰਦਾ ਕਿ ਅਸੀਂ ਗੁਰੂ ਪਾਤਸ਼ਾਹ ਸਾਨੂੰ ਕੀ ਸਮਝਾ ਰਹੇ ਨੇ। ਉਹ ਆਪਣੇ ਪੱਲੇ ਕੁਝ ਨਹੀਂ ਲੈ ਕੇ ਆਉਂਦੇ। ਅੱਜ ਸਾਡਾ ਗੁਰਦੁਆਰਾ ਸਿਸਟਮ ਜਿਹੜਾ ਹੈ, ਵੱਡੀਆਂ ਬਿਲਡਿੰਗਾਂ, ਮਹਿੰਗੇ ਗਲੀਚੇ, ਏਸੀ ਹਾਲ, ਇਹਨਾਂ ਦੇ ਵਿੱਚ ਮਨੁੱਖਤਾ ਦੀ ਭਲਾਈ ਵਾਲੇ ਬਹੁਤੇ ਕੰਮ ਨਹੀਂ ਹੋ ਰਹੇ ਨੇ। ਔਰ ਜਦੋਂ ਅਸੀਂ ਲੰਗਰ ਚੱਲੇ ਗੁਰ ਸ਼ਬਦ ਹਰ, ਜਿਹੜਾ ਅਸੀਂ 24 ਘੰਟੇ ਹਰ ਜਗ੍ਹਾ ਬਿਨਾਂ ਏਸੀ, ਬਿਨਾਂ ਕਿਸੇ ਬਿਲਡਿੰਗ ਦੇ ਵੀ ਚਲਾ ਸਕਦੇ ਆ ਨਾ, ਹੁਣ ਜਦੋਂ ਉਹ ਲੰਗਰ ਅਸੀਂ ਚਲਾਵਾਂਗੇ ਨਾ, ਫਿਰ ਸਾਨੂੰ ਫੈਂਸੀ ਲੰਗਰਾਂ ਦੀ ਥਾਂ ਤੇ ਨਾ, ਸਾਨੂੰ ਫਿਰ ਲੋੜਵੰਦਾਂ ਦੇ ਜਿਹੜੇ ਲੰਗਰ ਨੇ, ਫਿਰ ਫੀਸ, ਕਾਪੀ ਕਿਤਾਬ, ਮੈਡੀਕਲ ਚੈੱਕਅਪ, ਅੱਜ ਲੋਕਾਂ ਦੇ ਸਿਰ ਦੇ ਉੱਤੇ ਉਹਨਾਂ ਦੀ ਛੱਤ, ਉਹਨਾਂ ਦੇ ਤਨ ਨੂੰ ਢੱਕਣ ਦੇ ਲੰਗਰ ਲਾਣੇ ਵੀ ਜਿਹੜੇ ਨੇ ਨਾ, ਉਹ ਵੀ ਸਾਨੂੰ ਆ ਜਾਣਗੇ। ਪਰ ਹੁਣ ਇਹ ਜਿਹੜਾ ਭੋਜਨ ਜਿਹੜਾ ਹੈ, ਹੁਣ ਇਹਦੇ ਵਾਸਤੇ ਜਿਹੜਾ ਸਾਨੂੰ ਹਮੇਸ਼ਾ ਆਖਣਾ ਹੈ, ਜਿਸ ਦੇ ਆਖੇ ਬਿਨਾ ਅਸੀਂ ਜਿੰਦਾ ਲਾਸ਼ਾਂ ਦੇ ਬਰਾਬਰ ਬਣ ਜਾਂਦੇ ਹਾਂ। ਅਸੀਂ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਵਾਲਾ ਸਾਡਾ ਜਿਹੜਾ ਜੀਵਨ ਹੋ ਜਾਂਦਾ ਹੈ ਨਾ, ਇਸ ਦੇ ਵਾਸਤੇ ਨਾ ਪਾਤਸ਼ਾਹ ਪਤਾ ਕੀ ਕਹਿੰਦੇ ਨੇ, ਕਹਿੰਦੇ ਇਹ ਤੈਨੂੰ ਅੰਦਰ ਹੀ, ਤੇਰਾ ਭੋਜਨ ਜਿਹੜਾ ਹੈ ਨਾ, ਇਹ ਅੰਦਰ ਪਿਆ। ਇਹ ਭੋਜਨ ਹੈ, ਪਰ ਇਹ ਭੋਜਨ ਅਲੱਭ ਹੈ, ਲੱਭ ਹੈ ਗੁਰ ਵਿਚਾਰ। ਹੁਣ ਇਹ ਜਿਹੜਾ ਭੋਜਨ ਜਿਹੜਾ ਹੈ ਨਾ, ਇਹ ਕਹਿੰਦੇ ਅੰਦਰ ਸਤਿਗੁਰੂ ਜੀ ਦਾ ਦਿੱਤਾ ਹੋਇਆ ਇਹ ਭੋਜਨ, ਥਾਲ ਵਿੱਚ 3 ਵਸਤੂ ਪਈਓ, ਇਹ ਪਿਆ ਹੋਇਆ ਹੈ। ਜ਼ਰੂਰਤ ਹੈ ਮੈਨੂੰ ਇਹ ਵਾਲਾ ਲੰਗਰ, ਇਹ ਖਾਣਾ ਖਾਣ ਦੀ, ਉਹ ਬਾਹਰ ਵਾਲੀ ਓਵਰ ਈਟਿੰਗ ਦੀ ਨਹੀਂ। ਇਹ ਸਤ ਸੰਤੋਖ ਵਿਚਾਰੋ ਵਾਲਾ ਭੋਜਨ ਜਿਹੜਾ ਹੈ ਨਾ, ਇਹ ਖਾਣ ਦੀ ਅੱਜ ਜ਼ਰੂਰਤ ਹੈ। ਅੰਮ੍ਰਿਤ ਨਾਮ ਠਾਕੁਰ ਕਾ ਪਿਓ, ਇਹਦੇ ਵਿੱਚ ਨਾ ਮਰਨ ਵਾਲੇ ਗੁਣ ਨੇ, ਉਹ ਵਿਚਾਰਧਾਰਾ ਹੈ ਜਿਹਦੇ ਵਿੱਚ ਪਿਆਰ ਹੈ, ਮਨੁੱਖਤਾ ਹੈ। ਅੰਮ੍ਰਿਤ ਨਾਮ ਠਾਕੁਰ ਕਾ ਪਿਓ, ਜਿਸਕਾ ਸਬਸ ਆਧਾਰੋ, ਜਿੱਦਾਂ ਮੇਰੇ ਇਹ ਸਭ ਨੂੰ ਆਧਾਰ ਮਿਲੇਗਾ। ਮੇਰੇ ਹਰ ਇੱਕ ਕਰਮ ਇੰਦਰੇ, ਹਰ ਇੱਕ ਗਿਆਨ ਇੰਦਰੇ, ਹਰ ਇੱਕ ਸੋਚ ਨੂੰ ਜਿਹੜਾ ਹੈ ਨਾ, ਉਹ ਆਧਾਰ ਦੇਗਾ। ਪਰ ਇਹਨੂੰ ਕੀ ਹੈ, ਜੇ ਕੋ ਖਾਵੇ, ਕੰਡੀਸ਼ਨ ਹੈ ਜੇ ਕੋ ਖਾਵੇ, ਜੇ ਕੋ ਪੁੰਚੇ ਤਿਸਕਾ ਹੋਏ ਉਧਾਰੋ। ਇਸ ਨੂੰ ਇਹਦਾ ਸੇਵਨ ਕਰਨਾ, ਇਹਨੂੰ ਆਪਣੇ ਕਿਰਦਾਰ ਦੇ ਅੰਦਰ ਲੈ ਕੇ ਆਣਾ ਬਹੁਤ ਜ਼ਰੂਰੀ ਹੈ। ਕਿਰਦਾਰ ਤੱਕ ਪਹੁੰਚਣਾ ਜਿਹੜਾ, ਉਹ ਹੀ ਮੇਰਾ ਉਧਾਰ ਕਰਨਾ ਹੈ। ਅੱਜ ਤੁਸੀਂ ਦੇਖੋ ਕਿ ਇੱਕ 4 ਸਾਲ ਦੇ ਅੰਦਰ ਇੱਕ ਇੰਜੀਨੀਅਰ ਬਣ ਜਾਂਦਾ ਹੈ, 5 ਸਾਲ ਦੀ ਟ੍ਰੇਨਿੰਗ ਲੈ ਕੇ ਇੱਕ ਡਾਕਟਰ ਬਣ ਜਾਂਦਾ ਹੈ, 3 ਸਾਲ ਦੇ ਕੋਰਸ ਤੋਂ ਬਾਅਦ ਕੋਈ ਸ਼ੈਫ ਬਣ ਜਾਂਦਾ ਹੈ। ਪਰ ਅਸੀਂ ਸਾਲਾਂ 40 50 ਸਾਲ ਗੁਰਬਾਣੀ ਪੜਨ ਤੋਂ ਬਾਅਦ ਵੀ ਗੁਰਬਾਣੀ ਨਹੀਂ ਬਣ ਪਾਉਂਦੇ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ। ਜੇ ਕੋ ਖਾਵੇ, ਜੇ ਕੋ ਪੁੰਚੇ ਤਿਸਕਾ ਹੋਏ ਉਤਾਰੋ। ਗੱਲ ਹੈ ਇਸ ਖਾਣਾ ਖਾਣ ਦੀ।
ਐਂਡ ਪਾਤਸ਼ਾਹ ਕਹਿੰਦੇ ਨੇ ਇਹ ਤੈਨੂੰ ਮੈਂ ਦੱਸ ਦਿਆਂ ਕਿ ਇਹ ਵਸਤ ਤਜੀ ਨਾ ਜਾਏ, ਇਹ ਛੋੜਨ ਵਾਲੀ ਚੀਜ਼ ਨਹੀਂ ਹੈ। ਜੇ ਤੂੰ ਛੋੜ ਦਿੱਤਾ ਤੇ ਤੂੰ ਆਟੋ ਇਮਿਊਨ ਡਿਜ਼ੀਜ਼, ਤੂੰ ਖੁਆਰੀਆਂ ਦਾ ਸ਼ਿਕਾਰ ਹੋ ਜਾਏਗਾ। ਇਹ ਵਸਤ ਤਜੀ ਨਾ ਜਾਏ, ਨਿਤ ਨਿਤ ਰੱਖ ਉਰਤਾਰੋ। ਇਸ ਨੂੰ ਆਪਣੀ ਸੋਚ ਦੇ ਅੰਦਰ, ਆਪਣੇ ਹਰ ਇੱਕ ਕਰਮ ਇੰਦਰੀ ਗਿਆਨ ਇੰਦਰੀ ਦੇ ਅੰਦਰ ਰੱਖਣਾ ਹੈ। ਤਮ ਸੰਸਾਰ, ਕਿਉਂਕਿ ਇਸ ਦੇ ਅੰਦਰ ਅਗਿਆਨਤਾ ਦਾ, ਵਹਿਮਾਂ ਭਰਮਾਂ ਦਾ, ਨਫ਼ਰਤ ਦਾ, ਤਾਣੇ ਮੇਣੇ, ਕੰਪਲੇਂਟਸ, ਗਿਲੇ ਸ਼ਿਕਵਿਆਂ ਦਾ ਨਾ ਹਨੇਰਾ ਹੈ ਇਸ ਸੰਸਾਰ ਦੇ ਅੰਦਰ। ਇਸ ਨੂੰ ਦੇ ਵਾਸਤੇ, ਇਸ ਸੰਸਾਰ ਦੇ ਵਿੱਚੋਂ ਨਿਕਲਣ ਵਾਸਤੇ ਜਿਹੜਾ ਚਰਨ ਲੱਗ ਤਰੀਏ, ਸਭ ਨਾਨਕ ਬ੍ਰਹਮ ਪਸਾਰੋ। ਫਿਰ ਜਦੋਂ ਅਸੀਂ ਇਹ ਥਾਲ ਦੇ ਵਿੱਚ ਜਿਹੜੀਆਂ 3 ਵਸਤੂਆਂ ਪਈਆਂ ਨੇ ਜੋ ਅੰਦਰ ਹੀ ਨੇ, ਕਿੱਥੋਂ ਖਰੀਦਣ ਦੀ ਜ਼ਰੂਰਤ ਨਹੀਂ ਹੈ। ਐਂਡ ਇਹ ਖਾਣਾ ਫੁੱਲੀ ਹਾਈਜੀਨਿਕ ਹੈ, ਇਹਦੇ 'ਚ ਕੋਈ ਕੰਟੈਮੀਨੇਸ਼ਨ ਨਹੀਂ ਹੈ। ਇਹ ਇਤਨਾ ਪਿਓਰ ਖਾਣਾ ਹੈ ਜੋ ਮੇਰੇ ਹਰ ਇੱਕ ਸੋਚ ਨੂੰ, ਹਰ ਇੱਕ ਵਿਚਾਰ ਨੂੰ ਜਿਹੜਾ ਹੈ ਨਾ ਉਹ ਸਹੀ ਕਰ ਸਕਦਾ ਹੈ। ਸੋ ਜਦੋਂ ਅਸੀਂ ਸਤ, ਸੰਤੋਖ, ਦਇਆ, ਪ੍ਰੇਮ ਇਹੋ ਜਿਹੀਆਂ ਵਿਚਾਰਾਂ ਨੂੰ ਆਪਣੇ ਜੀਵਨ ਦੇ ਵਿੱਚ ਲਵਾਂਗੇ ਨਾ, ਫਿਰ ਹੋਏਗਾ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਤਾਂ ਉਸ ਵਕਤ ਅਸੀਂ ਆਪਣੀ ਹਰ ਇੱਕ ਸਾਈਕੋਸੋਮੈਟਿਕ ਬਿਮਾਰੀ, ਹਰ ਇੱਕ ਆਟੋ ਇਮਿਊਨ ਡਿਜ਼ੀਜ਼ ਤੋਂ ਛੁਟਕਾਰਾ ਪਾ ਸਕਦੇ ਹਾਂ। ਸੋ ਅੱਜ ਦੀਆਂ ਵਿਚਾਰਾਂ ਸੁਣਨ ਦੇ ਲਈ ਆਪ ਜੀ ਦਾ ਧੰਨਵਾਦ। ਗੁਰਬਾਣੀ ਵਿਚਾਰ ਕਰਦੇ ਹੋਈਆਂ ਭੁੱਲਾਂ ਦੇ ਲਈ ਖਿਮਾ ਦੀ ਜਾਚਕ ਹਾਂ। ਫਤਿਹ ਬੁਲਾਉਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।